ਅੱਜ ਆਓ ਅਸੀਂ ਆਗਿਆਕਾਰੀ ਅਤੇ ਵਿਸ਼ਵਾਸ ਦਾ ਪੱਧਰ ਉਪਦੇਸ਼ ਸਿਰਲੇਖ ਨਾਲ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰੀਏ। ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਸਾਡੇ ਕੋਲ ਵਿਸ਼ਵਾਸ ਹੈ ਜਾਂ ਨਹੀਂ? ਅਤੀਤ ਵਿੱਚ ਪਰਮੇਸ਼ਵਰ ਨੇ ਜੰਗਲ ਵਿੱਚ ਆਗਿਆਕਾਰੀਤਾ ਨਾਮਕ ਇੱਕ ਮਾਪ ਦੁਆਰਾ ਇਸਰਾਏਲੀਆਂ ਦੇ ਵਿਸ਼ਵਾਸ ਨੂੰ ਮਾਪਿਆ। ਪਰਮੇਸ਼ਵਰ ਨੇ ਇੱਕ ਮਾਪਣ ਦਾ ਯੰਤਰ ਬਣਾਇਆ ਜਿਸ ਨੂੰ ਆਗਿਆਕਾਰੀਤਾ ਕਿਹਾ ਜਾਂਦਾ ਹੈ। ਆਗਿਆਕਾਰੀਤਾ ਦੁਆਰਾ ਪਰਮੇਸ਼ਵਰ ਸਾਡੇ ਵਿਸ਼ਵਾਸ ਦੇ ਪੱਧਰ ਨੂੰ ਉਜਾਗਰ ਕਰਦੇ ਹਨ। ਮੇਰਾ ਵਿਸ਼ਵਾਸ ਕਿੰਨਾ ਮਜ਼ਬੂਤ ਹੈ, ਅਸੀਂ ਇਸ ਨੂੰ ਆਪਣੇ ਆਪ ਨਹੀਂ ਮਾਪ ਸਕਦੇ। ਹਾਲਾਂਕਿ ਆਗਿਆਕਾਰੀਤਾ ਦੁਆਰਾ ਅਸੀਂ ਆਪਣੇ ਵਿਸ਼ਵਾਸ ਦੇ ਪੱਧਰ ਨੂੰ ਮਾਪ ਸਕਦੇ ਹਾਂ। ਮੈਨੂੰ ਉਮੀਦ ਹੈ ਕਿ ਇਸ ਸਮੇਂ ਅਸੀਂ ਇਹ ਪੁੱਛ ਕੇ ਖੁਦ ਤੇ ਵਿਚਾਰ ਕਰ ਸਕਦੇ ਹਾਂ ਕਿ ਕੀ ਮੈਂ ਆਗਿਆਕਾਰੀ ਮਨ ਨਾਲ ਪਰਮੇਸ਼ਵਰ ਵੱਲ ਜਾ ਰਿਹਾ ਹਾਂ? ਇੱਕ ਫੁੱਲ ਵਾਲੇ ਨੇ ਦੱਸਿਆ ਕਿ ਇੱਕ ਪੌਦਾ ਹੈ ਜਿਸ ਨੂੰ ਹਫ਼ਤੇ ਵਿੱਚ ਇੱਕ ਵਾਰ ਪਾਣੀ ਦੇਣ ਦੀ ਲੋੜ ਹੈ ਅਤੇ ਬਹੁਤ ਸਾਰੇ ਲੋਕਾਂ ਨੇ ਪੌਦੇ ਨੂੰ ਇਸ ਲਈ ਖਰੀਦਿਆ ਕਿਉਂਕਿ ਉਹ ਸੁੰਦਰ ਸੀ। ਹਾਲਾਂਕਿ ਉਹਨਾਂ ਵਿੱਚੋਂ ਜ਼ਿਆਦਾਤਰ ਨੇ ਪੌਦੇ ਨੂੰ ਮਾਰ ਦਿੱਤਾ। ਭਾਵੇਂ ਉਹਨਾਂ ਨੂੰ ਹਫ਼ਤੇ ਵਿੱਚ ਇੱਕ ਵਾਰ ਪੌਦੇ ਨੂੰ ਪਾਣੀ ਦੇਣ ਲਈ ਕਿਹਾ ਗਿਆ ਸੀ, ਪਰ ਉਹਨਾਂ ਨੇ ਉਸ ਨੂੰ ਹਰ ਰੋਜ਼ ਪਾਣੀ ਦਿੱਤਾ। ਅਜਿਹਾ ਗਰਮੀਆਂ ਵਿੱਚ ਜ਼ਿਆਦਾ ਵਾਰ ਹੁੰਦਾ ਹੈ। ਜਿਵੇਂ ਲੋਕ ਪਿਆਸੇ ਹੁੰਦੇ ਹਨ, ਉਹ ਸੋਚਦੇ ਹਨ ਕਿ ਪੌਦੇ ਵੀ ਪਿਆਸੇ ਹੋਣਗੇ। ਇਸ ਤਰ੍ਹਾਂ ਜ਼ਿਆਦਾਤਰ ਮਰੇ ਹੋਏ ਪੌਦਿਆਂ ਦੀਆਂ ਜੜ੍ਹਾਂ ਸੜੀਆਂ ਹੁੰਦੀਆਂ ਹਨ, ਜੋ ਜ਼ਿਆਦਾ ਪਾਣੀ ਦੇਣ ਦਾ ਨਤੀਜਾ ਹੈ। ਦਿਲਚਸਪ ਗੱਲ ਇਹ ਹੈ ਕਿ ਨਵੇਂ ਵਿਆਹੇ ਜੋੜੇ ਪੌਦੇ ਦੀ ਬਿਹਤਰ ਦੇਖਭਾਲ ਕਰਦੇ ਹਨ ਕਿਉਂਕਿ ਉਹਨਾਂ ਕੋਲ ਜੀਵਨ ਦੇ ਤਜਰਬੇ ਅਤੇ ਪੌਦਿਆਂ ਨੂੰ ਉਗਾਉਣ ਦੀ ਘਾਟ ਹੁੰਦੀ ਹੈ। ਇਸ ਲਈ ਉਹ ਨਿਰਦੇਸ਼ਾਂ ਦੀ ਪਾਲਣਾ ਕਰਦੇ ਹਨ, ਨਾ ਕਿ ਉਹਨਾਂ ਦੇ ਆਪਣੇ ਵਿਚਾਰ ਦਾ। ਉਹ ਫੁੱਲ ਵਾਲਿਆਂ ਦੀਆਂ ਹਿਦਾਇਤਾਂ ਦੀ ਪਾਲਣਾ ਕਰਦੇ ਹਨ ਕਿ ਪੌਦੇ ਨੂੰ ਕਦੋਂ ਫਿਰ ਲਗਾਉਣਾ ਹੈ ਜਾਂ ਪੌਦੇ ਨੂੰ ਕਦੋਂ ਖਾਦ ਦੇਣੀ ਹੈ। ਇਸ ਤਰ੍ਹਾਂ ਬਹੁਤ ਸਾਰੇ ਨਵੇਂ ਵਿਆਹੇ ਜੋੜੇ ਪੌਦਿਆਂ ਦੀ ਚੰਗੀ ਦੇਖਭਾਲ ਕਰਦੇ ਹਨ, ਜਦ ਕਿ ਮੱਧ ਉਮਰ ਦੇ ਲੋਕ ਪੌਦਿਆਂ ਨੂੰ ਅੰਤ ਵਿੱਚ ਮਾਰ ਦਿੰਦੇ ਹਨ। ਹਾਲਾਂਕਿ ਇਹ ਫੁੱਲਾਂ ਦੀ ਦੁਕਾਨ ਵਿੱਚ ਇੱਕ ਛੋਟਾ ਜਿਹਾ ਉਦਾਹਰਣ ਹੈ, ਪਰ ਅਸੀਂ ਇਹ ਸਮਝ ਸਕਦੇ ਹਾਂ ਕਿ ਸਭ ਤੋਂ ਖਤਰਨਾਕ ਸਮਾਂ ਉਹ ਹੁੰਦਾ ਹੈ ਜਦੋਂ ਅਸੀਂ ਸੋਚਦੇ ਹਾਂ, ਮੈਨੂੰ ਪਤਾ ਹੈ ਕਿ ਇਹ ਕਿਵੇਂ ਕਰਨਾ ਹੈ, ਇਹ ਮੇਰੇ ਨਿਯੰਤਰਣ ਵਿੱਚ ਹੈ। ਇਸ ਸਥਿਤੀ ਵਿੱਚ ਆਗਿਆਕਾਰੀਤਾ ਚੰਗੀ ਤਰ੍ਹਾਂ ਨਹੀਂ ਕੀਤੀ ਜਾਂਦੀ ਹੈ। ਜੇਕਰ ਅਸੀਂ ਸਿਰਫ ਇਸ ਲਈ ਕਿ ਅਸੀਂ ਲੰਬੇ ਸਮੇਂ ਤੋਂ ਖੁਸ਼ਖਬਰੀ ਵਿੱਚ ਸੀ, ਆਪਣੇ ਪਹਿਲੇ ਵਿਸ਼ਵਾਸ ਨੂੰ ਇਹ ਕਹਿੰਦੇ ਹੋਏ ਸੁੱਟ ਦਿੰਦੇ ਹਾਂ, ਮੈਂ ਸਭ ਕੁਝ ਜਾਣਦਾ ਹਾਂ, ਤਾਂ ਇਹ ਇੱਕ ਵੱਡੀ ਸਮੱਸਿਆ ਹੈ। ਸਾਨੂੰ ਕਦੇ ਵੀ ਉਸ ਵਿਸ਼ਵਾਸ ਨੂੰ ਨਹੀਂ ਗੁਆਉਣਾ ਚਾਹੀਦਾ ਜੋ ਸਾਡੇ ਕੋਲ ਸ਼ੁਰੂਆਤ ਵਿੱਚ ਸੀ। ਸਾਨੂੰ ਅੰਤ ਤੱਕ ਜਿੱਥੇ ਕਿਤੇ ਪਰਮੇਸ਼ਵਰ ਸਾਡੀ ਅਗਵਾਈ ਕਰਨ, ਉੱਥੇ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਜੇ ਅਸੀਂ ਸੋਚਦੇ ਹਾਂ, ਮੈਂ ਚਰਚ ਬਾਰੇ ਹਰ ਮਾਮਲਾ ਜਾਣਦਾ ਹਾਂ, ਤਾਂ ਇਹ ਬਹੁਤ ਖਤਰਨਾਕ ਹੈ। ਬਾਈਬਲ ਕਹਿੰਦੀ ਹੈ, ਜੋ ਕੋਈ ਆਪਣੇ ਆਪ ਨੂੰ ਖਲੋਤਾ ਹੋਇਆ ਸਮਝਦਾ ਹੈ, ਸੋ ਸੁਚੇਤ ਰਹੇ ਪਈ ਕਿਤੇ ਡਿੱਗ ਨਾ ਪਵੇ। ਇਹ ਉਹ ਪਲ ਹੈ ਜਦੋਂ ਖੁਦ ਤੇ ਸਾਡਾ ਵਿਸ਼ਵਾਸ ਅਤੇ ਪਰਮੇਸ਼ਵਰ ਤੇ ਸਾਡਾ ਵਿਸ਼ਵਾਸ ਵੰਡਿਆ ਜਾਂਦਾ ਹੈ। ਆਗਿਆਕਾਰੀਤਾ ਲਈ ਇਹ ਸਭ ਤੋਂ ਮਹੱਤਵਪੂਰਨ ਪਲ ਹੈ, ਕਿਉਂਕਿ ਆਗਿਆਕਾਰੀਤਾ ਸਾਡੇ ਵਿਸ਼ਵਾਸ ਨੂੰ ਮਾਪਦੀ ਹੈ। ਇਸ ਲਈ ਸਾਡੀ ਆਗਿਆਕਾਰੀਤਾ ਦਾ ਵਿਸਤਾਰ ਵਧਣਾ ਚਾਹੀਦਾ ਹੈ, ਕਿਉਂਕਿ ਸਾਨੂੰ ਸੱਚਾਈ ਵਿੱਚ ਜ਼ਿਆਦਾ ਸਮਾਨ ਹੋਇਆ ਹੈ। ਇਹ ਉਲਟ ਦਿਸ਼ਾ ਵਿੱਚ ਨਹੀਂ ਜਾਣਾ ਚਾਹੀਦਾ ਹੈ ਨਾ। ਅੱਜ ਆਓ ਇੱਕ ਸਮੂਏਲ ਅਧਿਆਇ 15 ਵਚਨ 22 ਉੱਤੇ ਇੱਕ ਨਜ਼ਰ ਪਾਈਏ। ਆਓ ਅਸੀਂ ਅਧਿਆਇ 15 ਵਚਨ 22 ਦੀਆਂ ਸਿੱਖਿਆਵਾਂ ਉੱਤੇ ਇੱਕ ਨਜ਼ਰ ਪਾਈਏ। ਸਮੂਏਲ ਬੋਲਿਆ, ਭਲਾ ਯਹੋਵਾ ਹੋਮ ਦੀਆਂ ਭੇਟਾਂ ਅਤੇ ਬਲੀਆਂ ਨਾਲ ਪ੍ਰਸੰਨ ਹੁੰਦਾ ਹੈ ਜਾਂ ਇਸ ਗੱਲ ਉੱਤੇ ਜੋ ਉਹਦੀ ਆਵਾਜ਼ ਸੁਣੀ ਜਾਵੇ? ਵੇਖ, ਮੰਨਣਾ ਭੇਟਾਂ ਚੜਾਉਣ ਨਾਲੋਂ ਅਤੇ ਸਰੋਤਾ ਬਣਨਾ ਛਤਰਿਆਂ ਦੀ ਚਰਬੀ ਨਾਲੋਂ ਚੰਗਾ ਹੈ। ਬਗਾਵਤ, ਦੂਜੇ ਸ਼ਬਦਾਂ ਵਿੱਚ ਅਣਆਗਿਆਕਾਰੀ ਅਤੇ ਜਾਦੂਗਰੀ ਦਾ ਪਾਪ ਇੱਕੋ ਜਿਹਾ ਹੈ। ਅਸੀਂ ਹੰਕਾਰੀ ਬਣ ਜਾਂਦੇ ਹਾਂ ਕਿਉਂਕਿ ਸਾਨੂੰ ਆਪਣੇ ਆਪ ਤੇ ਜ਼ਿਆਦਾ ਵਿਸ਼ਵਾਸ ਹੁੰਦਾ ਹੈ। ਜਦੋਂ ਲੋਕ ਪਰਮੇਸ਼ਵਰ ਦੇ ਵਚਨ ਨਾਲੋਂ ਜ਼ਿਆਦਾ ਆਪਣੇ ਆਪ ਤੇ ਭਰੋਸਾ ਕਰਦੇ ਹਨ ਤਾਂ ਉਹ ਹੰਕਾਰੀ ਅਤੇ ਜ਼ਿੱਦੀ ਬਣ ਜਾਂਦੇ ਹਨ। ਕੀ ਇਹ ਸੱਚ ਨਹੀਂ ਹੈ?
ਇਹ ਲਿਖਿਆ ਹੈ ਕਿ ਅਤੇ ਖਚਰੋ ਅਤੇ ਬਦੀ ਅਤੇ ਮੂਰਤੀ ਪੂਜਾ ਇੱਕੋ ਜਿਹੀ ਹੈ। ਪਰਮੇਸ਼ਵਰ ਨੇ ਹੰਕਾਰ ਦੇ ਪਾਪ ਨੂੰ ਮੂਰਤੀਆਂ ਦੀ ਪੂਜਾ ਦੇ ਪਾਪ ਨਾਲ ਜੋੜਿਆ। ਸਾਰੇ ਲੋਕੋ, ਬਹੁਤ ਸਾਰੇ ਲੋਕ ਸੋਚਦੇ ਹਨ ਕਿ ਆਗਿਆਕਾਰੀ ਆਸਾਨ ਹੈ ਕਿਉਂਕਿ ਅਸੀਂ ਅਕਸਰ ਵਚਨ ਕਹਿੰਦੇ ਹਾਂ, ਹਾਲਾਂਕਿ ਆਗਿਆਕਾਰੀ ਆਸਾਨ ਨਹੀਂ ਹੈ। ਇਹ ਸਾਡੇ ਵਿਸ਼ਵਾਸ ਦੇ ਪੱਧਰ ਨੂੰ ਮਾਪਦੀ ਹੈ। ਕੀ ਮੈਂ ਵੀ ਅਜਿਹਾ ਕਰਨਾ ਹੈ? ਅਬਰਾਹਮ ਦੇ ਮਾਮਲੇ ਵਿੱਚ ਉਸਨੇ ਹਰ ਗੱਲ ਦਾ ਪਾਲਣ ਕੀਤਾ, ਇੱਥੋਂ ਤੱਕ ਕਿ ਉਹਨਾਂ ਚੀਜ਼ਾਂ ਦਾ ਵੀ ਜੋ ਉਹ ਅਸਲ ਵਿੱਚ ਨਹੀਂ ਕਰ ਸਕਦਾ ਸੀ। ਕੀ ਬਾਈਬਲ ਅਬਰਾਹਮ ਨੂੰ ਵਿਸ਼ਵਾਸ ਦਾ ਪੂਰਵਜ ਨਹੀਂ ਕਹਿੰਦੀ? ਕਿਰਪਾ ਕਰਕੇ ਪਰਮੇਸ਼ਵਰ ਪ੍ਰਤੀ ਉਸ ਦੀ ਆਗਿਆਕਾਰੀ ਦੇ ਪੱਧਰ ਨੂੰ ਦੇਖੋ। ਕੀ ਅਸੀਂ ਉਸ ਦੇ ਵਿਸ਼ਵਾਸ ਦੀ ਹੱਦ ਨੂੰ ਨਹੀਂ ਸਮਝ ਸਕਦੇ? ਇਸ ਤਰ੍ਹਾਂ ਆਗਿਆਕਾਰੀਤਾ ਇੱਕ ਵਿਅਕਤੀ ਦੇ ਵਿਸ਼ਵਾਸ ਦੇ ਪੱਧਰ ਨੂੰ ਦਿਖਾਉਂਦੀ ਹੈ। ਇਸ ਤਰ੍ਹਾਂ ਪਰਮੇਸ਼ਵਰ ਪ੍ਰਤੀ ਆਗਿਆਕਾਰੀ ਉਹ ਮਿਆਰ ਹੈ ਜੋ ਇੱਕ ਵਿਅਕਤੀ ਦੇ ਵਿਸ਼ਵਾਸ ਦਾ ਨਿਯਾਉਣ ਕਰਦਾ ਹੈ। ਇਸੇ ਲਈ ਇੱਕ ਸਮੂਏਲ ਅਧਿਆਇ 15 ਵਿੱਚ ਲਿਖਿਆ ਹੈ, ਵੇਖ, ਮੰਨਣਾ ਭੇਟਾਂ ਚੜਾਉਣ ਨਾਲੋਂ ਅਤੇ ਪਰਮੇਸ਼ਵਰ ਦਾ ਵਚਨ ਸੁਣਨਾ ਅਤੇ ਉਸ ਦਾ ਪਾਲਣ ਕਰਨਾ ਸਰੋਤਾ ਬਣਨਾ ਛਤਰਿਆਂ ਦੀ ਚਰਬੀ ਨਾਲੋਂ ਚੰਗਾ ਹੈ, ਕਿਉਂ ਜੋ ਬਗਾਵਤ ਅਰਥਾਤ ਅਣਆਗਿਆਕਾਰੀ ਅਤੇ ਜਾਦੂਗਰੀ ਦਾ ਪਾਪ ਇੱਕੋ ਜਿਹਾ ਹੈ ਅਤੇ ਖਚਰੋ ਅਤੇ ਬਦੀ ਅਤੇ ਮੂਰਤੀ ਪੂਜਾ ਇੱਕੋ ਜਿਹੀ ਹੈ। ਸੋ ਜਿਹਾ ਤੈ ਯਹੋਵਾ ਦੇ ਬਚਨ ਨੂੰ ਰੱਦਿਆ ਹੈ, ਤਿਹਾ ਹੀ ਉਸਨੇ ਪਾਤਸ਼ਾਹ ਰਹਿਣ ਤੋਂ ਤੈਨੂੰ ਰੱਦਿਆ ਹੈ। ਜੇ ਅਸੀਂ ਪਰਮੇਸ਼ਵਰ ਪ੍ਰਤੀ ਹੰਕਾਰੀ ਅਤੇ ਅਣਆਗਿਆਕਾਰੀ ਹਾਂ ਤਾਂ ਅਸੀਂ ਪਰਮੇਸ਼ਵਰ ਦੁਆਰਾ ਦਿੱਤੇ ਗਏ ਅਹੁਦੇ ਨੂੰ ਗੁਆ ਸਕਦੇ ਹਾਂ। ਅਜਿਹੀ ਮੰਦਭਾਗੀ ਗੱਲ ਹੋ ਸਕਦੀ ਹੈ। ਸਾਨੂੰ ਬਾਈਬਲ ਦੀਆਂ ਇਹਨਾਂ ਸਿੱਖਿਆਵਾਂ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਸਾਨੂੰ ਪਰਮੇਸ਼ਵਰ ਦੀਆਂ ਨਜ਼ਰਾਂ ਵਿੱਚ ਉਹਨਾਂ ਲੋਕਾਂ ਦੋ ਰੂਪ ਵਿੱਚ ਦਿਖਾਈ ਦੇਣਾ ਚਾਹੀਦਾ ਹੈ ਜਿਨ੍ਹਾਂ ਦਾ ਵਿਸ਼ਵਾਸ ਬਹੁਤ ਵੱਧ ਗਿਆ ਹੈ। ਕਿਉਂਕਿ ਪਰਮੇਸ਼ਵਰ ਸਾਡੇ ਵਿਸ਼ਵਾਸ ਦੇ ਪੱਧਰ ਨੂੰ ਮਾਪਦੇ ਹਨ। ਇਸ ਲਈ ਇੱਕ ਸਮਾਂ ਹੁੰਦਾ ਹੈ ਜਦੋਂ ਪਰਮੇਸ਼ਵਰ ਸਾਨੂੰ ਅਬਰਾਹਮ, ਨੂਰ ਜਾਂ ਰਸੂਲ ਪੌਲੁਸ ਵਾਂਗ ਵਿਸ਼ਵਾਸ ਰੱਖਣ ਲਈ ਕਹਿੰਦੇ ਹਨ। ਪਰਮੇਸ਼ਵਰ ਹਮੇਸ਼ਾ ਸਾਨੂੰ ਅਜਿਹਾ ਵਿਸ਼ਵਾਸ ਰੱਖਣ ਲਈ ਨਹੀਂ ਕਹਿੰਦੇ। ਜਦੋਂ ਪਰਮੇਸ਼ਵਰ ਸਾਡੇ ਵਿਸ਼ਵਾਸ ਨੂੰ ਮਾਪਣਾ ਚਾਹੁੰਦੇ ਹਨ ਤਾਂ ਉਹ ਇੱਕ ਨਿਸ਼ਚਿਤ ਸਥਿਤੀ ਬਣਾਉਂਦੇ ਹਨ। ਅਜਿਹੀ ਸਥਿਤੀ ਵਿੱਚ ਸਾਨੂੰ ਆਪਣੇ ਬਾਰੇ ਨਹੀਂ ਸਗੋਂ ਪਹਿਲਾਂ ਪਰਮੇਸ਼ਵਰ ਬਾਰੇ ਸੋਚਣਾ ਚਾਹੀਦਾ ਹੈ। ਇੱਥੇ ਹੰਕਾਰ ਸ਼ਬਦ ਦਾ ਅਰਥ ਜ਼ਿੱਦੀ ਹੈ। ਇਹ ਲਿਖਿਆ ਹੈ ਕਿ ਹੰਕਾਰ ਮੂਰਤੀਆਂ ਅਤੇ ਦੇਵਤਿਆਂ ਦੀ ਪੂਜਾ ਵਾਂਗ ਹੈ। ਜੇ ਅਸੀਂ ਮੂਰਤੀਆਂ ਦੀ ਪੂਜਾ ਕਰੀਏ ਤਾਂ ਕੀ ਅਸੀਂ ਸਵਰਗ ਵਿੱਚ ਜਾ ਸਕਦੇ ਹਾਂ? ਜਦੋਂ ਕਿਸੇ ਦਾ ਆਪਣਾ ਵਿਚਾਰ ਸ਼ਾਇਦ ਪਰਮੇਸ਼ਵਰ ਮੈਨੂੰ ਇਸ ਲਈ ਮਾਫ ਕਰ ਦੇਣਗੇ ਪਹਿਲਾਂ ਆਉਂਦਾ ਹੈ ਤਾਂ ਇਹ ਹੰਕਾਰ ਕਰਨ ਵੱਲ ਲੈ ਜਾਂਦਾ ਹੈ। ਸਾਊਲ ਬਾਰੇ ਸੋਚੋ, ਉਸ ਕੋਲ ਇੰਨਾ ਵੱਡਾ ਵਿਸ਼ਵਾਸ ਸੀ ਕਿ ਪਰਮੇਸ਼ਵਰ ਨੇ ਉਸ ਨੂੰ ਇਸਰਾਇਲ ਦਾ ਪਹਿਲਾ ਰਾਜਾ ਬਣਾਇਆ। ਹਾਲਾਂਕਿ ਵਿਸ਼ਵਾਸ ਜੋ ਉਸ ਕੋਲ ਪਹਿਲਾਂ ਸੀ ਉਹ ਟਿਕਿਆ ਨਹੀਂ। ਜਦੋਂ ਪਰਮੇਸ਼ਵਰ ਨੇ ਉਸ ਨੂੰ ਵੱਖਰੀਆਂ ਚੀਜ਼ਾਂ ਨਾਲ ਮਾਪਿਆ ਤਾਂ ਉਸ ਦੇ ਵਿਸ਼ਵਾਸ ਦਾ ਪੱਧਰ ਉਲਟ ਗਿਆ। ਉਸ ਨੂੰ ਪਰਮੇਸ਼ਵਰ ਦੀ ਇੱਛਾ ਅਤੇ ਦੂਜਿਆਂ ਦੀ ਇੱਛਾ ਵਿਚਕਾਰ ਚੁਣਨਾ ਪੈਂਦਾ ਸੀ। ਪਰਮੇਸ਼ਵਰ ਨੇ ਸ਼ਾਊਲ ਨੂੰ ਇੱਕ ਨਿਸ਼ਚਿਤ ਕਾਰਨ ਨਾਲ ਅਮਾਲੇਕੀਆਂ ਨੂੰ, ਇੱਥੋਂ ਤੱਕ ਕਿ ਉਹਨਾਂ ਦੇ ਜਾਨਵਰਾਂ ਨੂੰ ਵੀ ਨਸ਼ਟ ਕਰਨ ਦਾ ਹੁਕਮ ਦਿੱਤਾ। ਹਾਲਾਂਕਿ ਦੂਜਿਆਂ ਨੇ ਕਿਹਾ ਕਿ ਇਹ ਬਿਹਤਰ ਨਹੀਂ ਹੋਵੇਗਾ ਕਿ ਸਾਰੀਆਂ ਮੋਟੀਆਂ ਭੇਡਾਂ ਅਤੇ ਬੱਕਰੀਆਂ ਨੂੰ ਛੱਡ ਦਿੱਤਾ ਜਾਵੇ ਅਤੇ ਉਹਨਾਂ ਨੂੰ ਬਲੀਦਾਨ ਦੇ ਰੂਪ ਵਿੱਚ ਪਰਮੇਸ਼ਵਰ ਨੂੰ ਚੜਾਇਆ ਜਾਵੇ। ਤਰਕ ਬਹੁਤ ਸਾਰਥਕ ਲੱਗ ਰਿਹਾ ਸੀ। ਹਾਲਾਂਕਿ ਜਦੋਂ ਪਰਮੇਸ਼ਵਰ ਨੇ ਸ਼ਾਊਲ ਦੇ ਮਨ ਵਿੱਚ ਦੇਖਿਆ ਤਾਂ ਉਸ ਦੇ ਵਿਸ਼ਵਾਸ ਦਾ ਪੱਧਰ ਹੇਠਾਂ ਸੀ। ਸਮੂਏਲ ਸ਼ਾਊਲ ਨੂੰ ਪਸੰਦ ਕਰਦਾ ਸੀ। ਉਹ ਬਹੁਤ ਨੇੜੇ ਸੀ। ਇਸ ਲਈ ਸਮੂਏਲ ਦਾ ਦਿਲ ਸ਼ਾਊਲ ਲਈ ਟੁੱਟ ਗਿਆ ਅਤੇ ਪੁੱਛਿਆ, ਕੀ ਤੁਸੀਂ ਸੱਚਮੁੱਚ ਸੋਚਦੇ ਹੋ ਕਿ ਪਰਮੇਸ਼ਵਰ ਆਗਿਆਕਾਰੀ ਨਾਲੋਂ ਜ਼ਿਆਦਾ ਛਤਰਿਆਂ ਦੀ ਚਰਬੀ ਨੂੰ ਪਸੰਦ ਕਰਨਗੇ? ਜਦੋਂ ਸੀਯੋਨ ਦੇ ਕਈ ਹੋਰ ਮੈਂਬਰ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਨਗੇ ਤਾਂ ਅਸੀਂ ਖੁਸ਼ਖਬਰੀ ਦੀਆਂ ਸੰਪੂਰਨਤਾਵਾਂ ਨੂੰ ਦੇਖਾਂਗੇ। ਨਹੀਂ ਤਾਂ ਅਸੀਂ ਸੋਚ ਸਕਦੇ ਹਾਂ ਕਿ ਅਜਿਹਾ ਹੋਵੇਗਾ।
ਖੁਸ਼ਖਬਰੀ ਕਦੋਂ ਪੂਰੀ ਹੋਵੇਗੀ? ਚਿੰਤਾ ਅਤੇ ਡਰ ਪੈਦਾ ਹੋ ਸਕਦਾ ਹੈ। ਸਾਰੇ ਲੋਕੋ, ਸਾਰਾ ਕੰਮ ਕੌਣ ਕਰਦਾ ਹੈ? ਜਦੋਂ ਪਰਮੇਸ਼ਵਰ ਕਹਿੰਦੇ ਹਨ, ਆਓ ਅਸੀਂ ਇਹ ਕਰੀਏ, ਤਾਂ ਸਾਨੂੰ ਸਿਰਫ ਉਹਨਾਂ ਦਾ ਪਾਲਣ ਕਰਨ ਦੀ ਲੋੜ ਹੈ। ਪ੍ਰਕਾਸ਼ ਦੀ ਪੋਥੀ ਅਧਿਆਇ 14 ਵਿੱਚ ਰਸੂਲ ਯੂਹੰਨਾ ਨੇ ਉਹਨਾਂ ਸੰਤਾਂ ਨੂੰ ਦੇਖਿਆ ਜਿਨ੍ਹਾਂ ਨੂੰ ਧਰਤੀ ਤੋਂ ਛੁਡਾਇਆ ਗਿਆ ਸੀ। ਜਿੱਥੇ ਵੀ ਉਹ ਉਹਨਾਂ ਦੀ ਅਗਵਾਈ ਕਰਦੇ ਹਨ, ਉਹ ਕਹਿੰਦੇ ਹਨ, ਆਮੀਨ। ਉਹ ਕਦੇ ਜਵਾਬ ਵਿੱਚ ਨਾ ਨਹੀਂ ਕਹਿੰਦੇ। ਜਦੋਂ ਪਰਮੇਸ਼ਵਰ ਕੁਝ ਫੈਸਲਾ ਕਰਦੇ ਹਨ ਤਾਂ ਉਹਨਾਂ ਦਾ ਜਵਾਬ ਹਾਂ ਹੁੰਦਾ ਹੈ। ਸਾਨੂੰ ਕਦੇ ਵੀ ਉੱਤਰ ਵਿੱਚ ਨਾ ਨਹੀਂ ਕਹਿਣੀ ਚਾਹੀਦੀ। ਕਿਸ ਦੇ ਸਾਹਮਣੇ? ਪਰਮੇਸ਼ਵਰ ਦੇ ਸਾਹਮਣੇ। ਫਿਰ ਕੀ ਸਾਨੂੰ ਸਿਰਫ ਆਪਣੇ ਬੁੱਲਾਂ ਨਾਲ ਹਾਂ ਕਹਿਣਾ ਚਾਹੀਦਾ ਹੈ? ਸਾਡੇ ਦਿਲ ਦਾ ਉੱਤਰ ਵੀ ਹਾਂ ਹੋਣਾ ਚਾਹੀਦਾ ਹੈ। ਪਰਮੇਸ਼ਵਰ ਸਾਡੇ ਬੁੱਲ ਨਹੀਂ ਪਰ ਸਾਡਾ ਦਿਲ ਦੇਖਦੇ ਹਨ। ਸਾਡੇ ਦਿਲਾਂ ਤੋਂ ਸਾਨੂੰ ਇਹ ਕਹਿਣਾ ਚਾਹੀਦਾ ਹੈ, ਭਾਵੇਂ ਤੁਸੀਂ ਸੱਜੇ ਪਾਸੇ ਮੁੜੋ ਜਾਂ ਖੱਬੇ ਪਾਸੇ, ਮੈਂ ਤੁਹਾਡਾ ਪਿੱਛਾ ਕਰਾਂਗਾ। ਕੀ ਕਾਰਨ ਹੈ? ਪਰਮੇਸ਼ਵਰ ਸ਼ੁਰੂ ਤੋਂ ਕੀ ਜਾਣਦੇ ਹਨ? ਆਓ ਯਸਾਯਾਹ ਅਧਿਆਇ 46 ਵਚਨ 10 ਦੇਖੀਏ। ਆਓ ਅਸੀਂ ਅਧਿਆਇ 46 ਵਚਨ 10 ਉੱਤੇ ਇੱਕ ਨਜ਼ਰ ਪਾਈਏ। ਮੈਂ ਆਦ ਤੋਂ ਅੰਤ ਨੂੰ ਅਤੇ ਮੁੱਢ ਤੋਂ ਜੋ ਅਜੇ ਨਹੀਂ ਹੋਇਆ ਦੱਸਦਾ ਹਾਂ। ਮੈਂ ਆਖਦਾ ਹਾਂ, ਮੇਰੀ ਸਲਾਹ ਕਾਇਮ ਰਹੇਗੀ ਅਤੇ ਮੈਂ ਆਪਣੀ ਸਾਰੀ ਇੱਛਾ ਨੂੰ ਪੂਰੀ ਕਰਾਂਗਾ। ਪਰਮੇਸ਼ਵਰ ਸ਼ੁਰੂ ਤੋਂ ਅੰਤ ਨੂੰ ਜਾਣਦੇ ਹਨ। ਇਸ ਤੋਂ ਇਲਾਵਾ ਉਹ ਉਹਨਾਂ ਚੀਜ਼ਾਂ ਨਾਲ ਕੀ ਕਰਦੇ ਹਨ ਜੋ ਅਜੇ ਤੱਕ ਨਹੀਂ ਹੋਈਆਂ। ਉਹ ਉਹਨਾਂ ਨੂੰ ਪੂਰਾ ਕਰਦੇ ਹਨ। ਜੇਕਰ ਅਸੀਂ ਪਰਮੇਸ਼ਵਰ ਦੀ ਪਾਲਣਾ ਕਰੀਏ ਤਾਂ ਅਸੀਂ ਸੰਪੂਰਨਤਾ ਦੇਖਾਂਗੇ, ਪਰ ਜੇਕਰ ਅਸੀਂ ਪਰਮੇਸ਼ਵਰ ਦਾ ਪਾਲਣ ਨਹੀਂ ਕਰਦੇ ਹਾਂ ਤਾਂ ਅਸੀਂ ਕਦੇ ਵੀ ਪੂਰਨਤਾ ਨਹੀਂ ਦੇਖਾਂਗੇ। ਇਸ ਲਈ ਵਿਸ਼ਵਾਸ ਦੇ ਪੂਰਵਜਾਂ ਅਤੇ ਬੁੱਧੀਮਾਨ ਲੋਕਾਂ ਨੇ ਹਮੇਸ਼ਾ ਪਰਮੇਸ਼ਵਰ ਉੱਤੇ ਵਿਸ਼ਵਾਸ ਕੀਤਾ। ਜਦੋਂ ਲੋਕਾਂ ਕੋਲ ਪਰਮੇਸ਼ਵਰ ਵੱਲ ਵੇਖਣ, ਪਰਮੇਸ਼ਵਰ ਦੇ ਵਿਚਾਰਾਂ ਨੂੰ ਪੜ੍ਹਨ ਅਤੇ ਪਰਮੇਸ਼ਵਰ ਦੀ ਇੱਛਾ ਦਾ ਪਾਲਣ ਕਰਨ ਲਈ ਪੂਰਨ ਵਿਸ਼ਵਾਸ ਹੁੰਦਾ ਹੈ ਤਾਂ ਕਿ ਉਹ ਲੇਲੇ ਦੇ ਪਿੱਛੇ ਕੀਤੇ ਵੀ ਨਹੀਂ ਜਾਣਗੇ। ਫਿਰ ਉਹਨਾਂ ਦਾ ਵਿਸ਼ਵਾਸ ਪੂਰਨ ਹੈ ਕਿਉਂਕਿ ਪਰਮੇਸ਼ਵਰ ਉਹਨਾਂ ਦੀ ਅਗਵਾਈ ਕਰਦੇ ਹਨ। ਪਰਮੇਸ਼ਵਰ ਵਿੱਚ ਸਾਨੂੰ ਕਦੇ ਵੀ ਜਵਾਬ ਵਿੱਚ ਨਾ ਨਹੀਂ ਕਹਿਣੀ ਚਾਹੀਦੀ। ਇਹ ਇਸ ਲਈ ਹੈ ਕਿਉਂਕਿ ਪਰਮੇਸ਼ਵਰ ਕੋਲ ਸੰਪੂਰਨਤਾ, ਸਫਲਤਾ, ਸਵਰਗ ਦਾ ਰਾਜ ਅਤੇ ਮੁਕਤੀ ਦਾ ਰਸਤਾ ਹੈ। ਪਰਮੇਸ਼ਵਰ ਸ਼ੁਰੂ ਤੋਂ ਅੰਤ ਜਾਣਦੇ ਹਨ। ਆਓ ਅਸੀਂ ਦੇਖੀਏ ਕਿ ਪਰਮੇਸ਼ਵਰ ਨੇ ਸਾਡੇ ਵਿਚਾਰਾਂ ਬਾਰੇ ਕੀ ਕਿਹਾ। ਆਓ ਅਸੀਂ ਯਸਾਯਾਹ ਦੀ ਕਿਤਾਬ ਅਧਿਆਇ 55 ਵਚਨ 8 ਉੱਤੇ ਇੱਕ ਨਜ਼ਰ ਪਾਈਏ। ਕਿਉਂ ਜੋ ਮੇਰੇ ਖਿਆਲ ਪਰਮੇਸ਼ਵਰ ਦੇ ਖਿਆਲ ਸਾਡੇ ਖਿਆਲਾਂ ਤੋਂ ਬਿਲਕੁਲ ਵੱਖਰੇ ਹਨ। ਤੁਹਾਡੇ ਖਿਆਲ ਨਹੀਂ। ਹੋਰ ਕੀ ਵੱਖਰਾ ਹੈ? ਨਾ ਤੁਹਾਡੇ ਰਾਹ ਮੇਰੇ ਰਾਹ ਹਨ, ਯਹੋਵਾਹ ਦਾ ਵਾਕ ਹੈ। ਆਓ ਅਸੀਂ ਵਚਨ 9 ਦੇਖੀਏ ਕਿ ਪਰਮੇਸ਼ਵਰ ਦੇ ਵਿਚਾਰ ਅਤੇ ਸਾਡੇ ਵਿਚਾਰ ਕਿੰਨੇ ਵੱਖਰੇ ਹਨ। ਜਿਵੇਂ ਆਕਾਸ਼ ਧਰਤੀ ਤੋਂ ਉੱਚੇ ਹਨ, ਤਿਵੇਂ ਮੇਰੇ ਰਾਹ ਤੁਹਾਡੇ ਰਾਹਾਂ ਤੋਂ ਅਤੇ ਮੇਰੇ ਖਿਆਲ ਤੁਹਾਡੇ ਖਿਆਲਾਂ ਤੋਂ ਉੱਚੇ ਹਨ। ਅਸੀਂ ਸਿਰਫ ਇਸ ਧਰਤੀ ਬਾਰੇ ਸੋਚਦੇ ਹਾਂ, ਪਰ ਪਰਮੇਸ਼ਵਰ ਨੇ ਪਹਿਲਾਂ ਹੀ ਸਵਰਗ ਅਤੇ ਸਾਰੇ ਬ੍ਰਹਿਮੰਡ ਬਾਰੇ ਸੋਚਿਆ ਹੈ। ਸਮੱਸਿਆ ਇਹ ਨਹੀਂ ਸੀ ਕਿ ਸ਼ਾਉਲ ਨੇ ਭੇਡ ਜਾਂ ਬੱਕਰੀਆਂ ਨੂੰ ਬਖਸ਼ਿਆ ਜਾਂ ਨਸ਼ਟ ਕੀਤਾ। ਸਮੱਸਿਆ ਸ਼ਾਉਲ ਦੇ ਮਨ ਵਿੱਚ ਸੀ। ਪਰਮੇਸ਼ਵਰ ਨੇ ਇਹ ਦੇਖਣ ਲਈ ਕਿ ਉਹ ਆਪਣਾ ਕੰਮ ਕਰਨ ਵਿੱਚ ਯੋਗ ਹੈ, ਉਸ ਦੇ ਦਿਲ ਵੱਲ ਵੇਖਿਆ। ਨਤੀਜੇ ਵਜੋਂ ਪਰਮੇਸ਼ਵਰ ਦੀ ਸਾਰੀ ਮਹਿਮਾ ਅਤੇ ਸ਼ਕਤੀ ਸ਼ਾਉਲ ਤੋਂ ਦਾਊਦ ਨੂੰ ਤਬਦੀਲ ਕਰ ਦਿੱਤੀ ਗਈ। ਇਸ ਇਤਿਹਾਸ ਰਾਹੀਂ ਪਰਮੇਸ਼ਵਰ ਅੱਜ ਸਾਨੂੰ ਸਬਕ ਸਿਖਾ ਰਹੇ ਹਨ। ਅਸੀਂ ਇਹ ਸੋਚ ਕੇ ਪਰਮੇਸ਼ਵਰ ਦੇ ਵਚਨਾਂ ਨੂੰ ਹਲਕੇ ਵਿੱਚ ਲੈ ਸਕਦੇ ਹਾਂ, ਇਹ ਇੱਕ ਮਾਮੂਲੀ ਗੱਲ ਹੈ ਜਾਂ ਇਹ ਗੈਰ ਮਹੱਤਵਪੂਰਨ ਹੈ। ਹਾਲਾਂਕਿ ਪਰਮੇਸ਼ਵਰ ਦੇ ਸਾਰੇ ਵਚਨ ਸਾਡੇ ਲਈ ਜ਼ਰੂਰੀ ਹਨ। ਕੀ ਉਹਨਾਂ ਦੇ ਵਚਨ ਸਾਡੀਆਂ ਆਤਮਾਵਾਂ ਦੀ ਮੁਕਤੀ ਲਈ ਨਹੀਂ ਦਿੱਤੇ ਗਏ ਹਨ?
ਉਹ ਸਾਨੂੰ ਸਿਖਾਉਂਦੇ ਹਨ ਕਿ ਕਿਵੇਂ ਵਿਪਤਾਵਾਂ ਤੋਂ ਬਚਣਾ ਚਾਹੀਦਾ ਹੈ, ਕਿਵੇਂ ਸਦੀਪਕ ਜੀਵਨ ਅਤੇ ਆਸ਼ੀਸ਼ਾਂ ਪ੍ਰਾਪਤ ਕਰਨੀਆਂ ਹੈ, ਪਰ ਸੰਸਾਰ ਉਹਨਾਂ ਦੇ ਵਚਨਾਂ ਦਾ ਪਾਲਣ ਨਹੀਂ ਕਰਦਾ। ਇਸ ਤਰ੍ਹਾਂ ਕਿ ਉਹ ਸਬਤ ਦੇ ਦਿਨ ਦੀ ਬਜਾਏ ਐਤਵਾਰ ਦੀ ਆਰਾਧਨਾ ਨਹੀਂ ਕਰਦੇ, ਕਿ ਉਹ ਪਸਾਹ ਦੀ ਬਜਾਏ ਕ੍ਰਿਸਮਸ ਨਹੀਂ ਮਨਾਉਂਦੇ। ਇਹ ਬਾਹਰੀ ਦ੍ਰਿਸ਼ਟੀਕੋਣ ਤੋਂ ਅਣਆਗਿਆਕਾਰੀ ਹਨ। ਸਾਨੂੰ ਅੰਦਰੂਨੀ ਦ੍ਰਿਸ਼ਟੀਕੋਣ ਤੋਂ ਵੀ ਸੱਚਾਈ ਵਿੱਚ ਆਗਿਆਕਾਰੀ ਉੱਤੇ ਧਿਆਨ ਦੇਣਾ ਚਾਹੀਦਾ ਹੈ। ਕੀ ਮੇਰਾ ਵਿਸ਼ਵਾਸ ਖਤਮ ਹੋ ਰਿਹਾ ਹੈ ਜਾਂ ਕੀ ਮੇਰਾ ਵਿਸ਼ਵਾਸ ਪਰਮੇਸ਼ਵਰ ਦੀ ਕਿਰਪਾ ਨਾਲ ਵੱਧ ਰਿਹਾ ਹੈ? ਜੇਕਰ ਤੁਹਾਡਾ ਵਿਸ਼ਵਾਸ ਵੱਧ ਰਿਹਾ ਹੈ ਤਾਂ ਤੁਸੀਂ ਪਰਮੇਸ਼ਵਰ ਦੇ ਵਚਨ ਦਾ ਪਾਲਣ ਕਰਨ ਵਿੱਚ ਚੰਗੇ ਹੋ। ਜਦੋਂ ਅਸੀਂ ਅਬਰਾਹਮ ਅਤੇ ਨੂਹ ਵਾਂਗ ਇਸ ਧਰਤੀ ਉੱਤੇ ਆਪਣਾ ਖਜ਼ਾਨਾ ਵੀ ਨਦੀ ਵਿੱਚ ਸੁੱਟ ਸਕਦੇ ਹਾਂ ਤਾਂ ਸਾਡਾ ਵਿਸ਼ਵਾਸ ਪੂਰਾ ਹੋ ਜਾਵੇਗਾ। ਜਦੋਂ ਸਾਡੇ ਕੋਲ ਅਜਿਹਾ ਵਿਸ਼ਵਾਸ ਹੋਵੇਗਾ ਤਾਂ ਪਰਮੇਸ਼ਵਰ ਦੀ ਖੁਸ਼ਖਬਰੀ ਦਾ ਅਦਭੁਤ ਕੰਮ ਹੋਵੇਗਾ। ਆਓ ਅਸੀਂ ਨਿਆਇਆਂ ਦੀ ਕਿਤਾਬ ਅਧਿਆਇ 7 ਵਚਨ 1 ਉੱਤੇ ਇੱਕ ਨਜ਼ਰ ਪਾਈਏ। ਤਦ ਯਰੁਬਾਲ ਜੋ ਗਿਦਾਉਨ ਹੈ ਸਾਰਿਆਂ ਲੋਕਾਂ ਸਣੇ ਜੋ ਉਹਦੇ ਨਾਲ ਸਨ ਪ੍ਰਭਾਤ ਵੇਲੇ ਉੱਠਿਆ ਤੇ ਹਰੋਦ ਦੇ ਸੋਤੇ ਕੋਲ ਤੰਬੂ ਲਾਏ ਅਤੇ ਮਿਦਿਆਨੀਆਂ ਦੀ ਛਾਉਣੀ ਉਹਨਾਂ ਦੇ ਉੱਤਰ ਵੱਲ ਮੋਰੀ ਪਹਾੜ ਦੇ ਕੋਲ ਦੂਣ ਵਿੱਚ ਸੀ। ਤਾਂ ਯਹੋਵਾਹ ਨੇ ਗਿਦਾਉਨ ਨੂੰ ਆਖਿਆ, ਲੋਕ ਤੇਰੇ ਨਾਲ ਬਹੁਤ ਵੱਧ ਹਨ। ਪਰਮੇਸ਼ਵਰ ਕਹਿੰਦੇ ਹਨ ਉਹ ਬਹੁਤ ਜ਼ਿਆਦਾ ਹੈ। ਅਸਲ ਵਿੱਚ ਉਹ ਬਹੁਤ ਨਹੀਂ ਸੀ। ਦੁਸ਼ਮਣ 1,35,000 ਸੀ ਪਰ ਇਸਰਾਏਲੀ 32,000 ਸੀ। ਜਦੋਂ ਅਸੀਂ ਉਹਨਾਂ ਦੀ ਗਿਣਤੀ ਦੀ ਤੁਲਨਾ ਕੀਤੀ ਤਾਂ ਇਸਰਾਏਲੀਆਂ ਦੀ ਗਿਣਤੀ ਬਹੁਤ ਘੱਟ ਸੀ। ਹਾਲਾਂਕਿ ਪਰਮੇਸ਼ਵਰ ਨੇ ਕਿਹਾ ਕਿ ਉਹਨਾਂ ਦੀਆਂ ਨਜ਼ਰਾਂ ਵਿੱਚ ਬਹੁਤ ਸਾਰੇ ਆਦਮੀ ਹਨ। ਆਓ ਅਸੀਂ ਵਚਨ 2 ਵੇਖੀਏ। ਤਾਂ ਯਹੋਵਾਹ ਨੇ ਗਿਦਾਉਨ ਨੂੰ ਆਖਿਆ, ਮਿਦਿਆਨੀਆਂ ਨੂੰ ਤੇਰੇ ਵਸ ਵਿੱਚ ਕਰਨ ਲਈ ਲੋਕ ਤੇਰੇ ਨਾਲ ਬਹੁਤ ਵੱਧ ਹਨ। ਅਜਿਹਾ ਨਾ ਹੋਵੇ ਜੋ ਇਸਰਾਏਲ ਮੇਰੇ ਸਾਹਮਣੇ ਆਕੜ ਕੇ ਆਖੇ, ਭਈ ਮੇਰੇ ਹੀ ਹੱਥ ਨੇ ਮੈਨੂੰ ਬਚਾਇਆ। ਜੇਕਰ ਉਹ ਲੜਾਈ ਜਿੱਤ ਜਾਂਦੇ ਹਨ ਤਾਂ ਉਹ ਆਪਣੇ ਬਾਰੇ ਸ਼ੇਖੀ ਮਾਰਨਗੇ। ਇਹ ਪਰਮੇਸ਼ਵਰ ਦੀ ਮਦਦ ਕਰਕੇ ਨਹੀਂ ਸੀ, ਪਰ ਇਸ ਲਈ ਕਿਉਂਕਿ ਅਸੀਂ ਮਹਾਨ ਹਾਂ। ਵਚਨ 3 ਸੋ ਤੂੰ ਹੁਣ ਲੋਕਾਂ ਨੂੰ ਸੁਣਾ ਕੇ ਡੰਡੋਰਾ ਫੇਰ ਅਤੇ ਆਖ, ਭਈ ਜਿਹੜਾ ਘਾਬਰਦਾ ਹੈ ਅਤੇ ਡਰਦਾ ਹੈ ਸੋ ਮੁੜ ਜਾਏ ਅਤੇ ਗਿਲਾਦ ਪਹਾੜ ਤੋਂ ਛੇਤੀ ਵਿਦਿਆ ਹੋਵੇ। ਸੋ ਲੋਕਾਂ ਵਿੱਚੋਂ 22,000 ਮਨੁੱਖ ਮੁੜ ਗਏ ਅਤੇ 10,000 ਪਿੱਛੇ ਰਹੇ। ਕੁੱਲ ਮਿਲਾ ਕੇ 32,000 ਸਿਪਾਹੀ ਸੀ। ਹਾਲਾਂਕਿ 22,000 ਲੋਕ ਡਰ ਨਾਲ ਕੰਬ ਰਹੇ ਸੀ। ਉਹਨਾਂ ਨੇ ਬਿਨਾਂ ਇੱਛਾ ਤੋਂ ਭਾਗ ਲਿਆ ਕਿਉਂਕਿ ਉਹ ਸਿਪਾਹੀ ਸੀ। ਉਹ ਪਰਮੇਸ਼ਵਰ ਦੀਆਂ ਨਜ਼ਰਾਂ ਵਿੱਚ ਯੋਗ ਨਹੀਂ ਸੀ। ਪਰਮੇਸ਼ਵਰ ਨੇ ਕਿਹਾ, ਉਹਨਾਂ ਨੂੰ ਵਾਪਸ ਭੇਜ ਦਿਓ। ਤੁਸੀਂ ਸਿਰਫ ਵੱਡੀ ਗਿਣਤੀ ਵਿੱਚ ਹੋਣ ਨਾਲ ਨਹੀਂ ਜਿੱਤ ਸਕਦੇ। ਨਤੀਜੇ ਵਜੋਂ 22,000 ਲੋਕ ਚਲੇ ਗਏ। ਉਹ ਕਿਹੋ ਜਿਹੇ ਲੋਕ ਸੀ? ਉਹ ਡਰ ਨਾਲ ਕੰਬ ਰਹੇ ਸੀ। ਆਓ ਅਸੀਂ ਡਰ ਬਾਰੇ ਸੋਚੀਏ। ਜਦੋਂ ਅਸੀਂ ਪਰਮੇਸ਼ਵਰ ਤੇ ਵਿਸ਼ਵਾਸ ਕਰਨ ਵਿੱਚ ਅਸਫਲ ਹੋ ਜਾਂਦੇ ਹਾਂ ਤਾਂ ਕੀ ਹੁੰਦਾ ਹੈ? ਡਰ ਉਦੋਂ ਹੁੰਦਾ ਹੈ ਜਦੋਂ ਅਸੀਂ ਪਰਮੇਸ਼ਵਰ ਤੇ ਵਿਸ਼ਵਾਸ ਨਹੀਂ ਕਰਦੇ। ਸੰਸਾਰ ਦੀ ਰਚਨਾ ਦੇ ਸਮੇਂ ਤੋਂ ਪਰਮੇਸ਼ਵਰ ਨੇ ਇੱਕ ਵਾਅਦਾ ਕੀਤਾ, ਮੈਂ ਤੁਹਾਡੇ ਨਾਲ ਰਹਾਂਗਾ। ਉਸ ਦੇ ਵਾਅਦੇ ਦੇ ਬਾਵਜੂਦ 22,000 ਲੋਕ ਡਰ ਨਾਲ ਕੰਬ ਰਹੇ ਸੀ, ਇਸ ਲਈ ਪਰਮੇਸ਼ਵਰ ਨੇ ਉਹਨਾਂ ਨੂੰ ਵਾਪਸ ਭੇਜ ਦਿੱਤਾ। ਆਓ ਅਸੀਂ ਵਚਨ 4 ਵੇਖੀਏ। ਤਦ ਯਹੋਵਾਹ ਨੇ ਗਿਦਾਉਨ ਨੂੰ ਆਖਿਆ, ਅਜੇ ਵੀ ਲੋਕ ਵਧੀਕ ਹਨ, ਸੋ ਉਹਨਾਂ ਪਾਣੀ ਦੇ ਕੋਲ ਹੇਠਾਂ ਲਿਆ ਅਤੇ ਮੈਂ ਤੇਰੇ ਲਈ ਉੱਥੇ ਉਹਨਾਂ ਦਾ ਪਰਤਾਵਾ ਲਵਾਂਗਾ। ਉਸਨੇ ਇੱਕ ਵਾਰ ਫਿਰ ਉਹਨਾਂ ਦੇ ਵਿਸ਼ਵਾਸ ਨੂੰ ਪਰਖਿਆ ਅਤੇ ਅਜਿਹਾ ਹੋਵੇਗਾ ਕਿ ਜੇ ਦੇ ਲਈ ਮੈਂ ਤੈਨੂੰ ਆਖਾਂ ਭਈ ਇਹ ਤੇਰੇ ਨਾਲ ਜਾਵੇ ਅਤੇ ਉਹ ਸਭੇ ਜਿਨ੍ਹਾਂ ਦੇ ਲਈ ਮੈਂ ਆਖਾਂ ਭਈ ਇਹ ਤੇਰੇ ਨਾਲ ਨਾ ਜਾਣ ਸੋ ਤੇਰੇ ਨਾਲ ਨਾ ਜਾਣ। ਸੋ ਉਹ ਲੋਕਾਂ ਨੂੰ ਹੇਠਾਂ ਪਾਣੀ ਕੋਲ ਲੈ ਆਇਆ ਅਤੇ ਯਹੋਵਾਹ ਨੇ ਗਿਦਾਉਨ ਨੂੰ ਆਖਿਆ, ਜਿਹੜਾ ਮਨੁੱਖ ਕੁੱਤੇ ਵਾਂਗ ਲੱਕ ਲੱਕ ਕਰਕੇ ਪਾਣੀ ਪੀਵੇ ਤਾਂ ਅਜਿਹਾ ਤੂੰ ਵੱਖਰਾ ਰੱਖ ਹਰ ਤਿਹਾਈ ਜੋ ਆਪਣੇ ਗੋਡੇ ਨਿਵਾ ਕੇ ਪਾਣੀ ਪੀਵੇ। ਸੋ ਜਿਨ੍ਹਾਂ ਨੇ ਆਪਣਾ ਹੱਥ ਮੂੰਹ ਨੂੰ ਲਾ ਕੇ ਲੱਕ ਲੱਕ ਕਰਕੇ ਪਾਣੀ ਪੀਤਾ ਉਹ ਗਿਣਤੀ ਵਿੱਚ 300 ਮਨੁੱਖ ਸਨ, ਪਰ ਰਹਿੰਦੇ ਸਭਨਾਂ ਲੋਕਾਂ ਨੇ ਪਾਣੀ ਪੀਣ ਲਈ ਗੋਡੇ ਨਿਵਾਏ। 10,000 ਲੋਕਾਂ ਵਿੱਚੋਂ 9,700 ਲੋਕਾਂ ਨੇ ਪਾਣੀ ਪੀਣ ਲਈ ਗੋਡੇ ਟੇਕ ਦਿੱਤੇ।
ਪਰਮੇਸ਼ਵਰ ਨੇ ਛੋਟੀ ਤੋਂ ਛੋਟੀ ਗੱਲ ਨੂੰ ਵੀ ਦੇਖਿਆ ਅਤੇ ਕਿਹਾ, ਜੋ ਵੀ ਅੰਤ ਵਿੱਚ ਗੋਡੇ ਟੇਕੇਗਾ ਉਸ ਨੂੰ ਬਾਹਰ ਕੀਤਾ ਜਾਣਾ ਚਾਹੀਦਾ ਹੈ। ਪਰਮੇਸ਼ਵਰ ਨੇ 300 ਲੋਕਾਂ ਨੂੰ ਚੁਣਿਆ, ਜਿਨ੍ਹਾਂ ਕੋਲ ਕਿਸੇ ਵੀ ਸਥਿਤੀ ਵਿੱਚ ਗੋਡੇ ਨਿਵਾਉਣ ਦਾ ਸੰਪੂਰਨ ਵਿਸ਼ਵਾਸ ਸੀ। ਸਾਰੇ ਲੋਕੋ ਦੁਸ਼ਮਣ 1,35,000 ਸੀ। ਇਹ ਇੱਕ ਅਣਉਚਿਤ ਸਥਿਤੀ ਸੀ। ਹਾਲਾਂਕਿ ਪਰਮੇਸ਼ਵਰ ਨੇ ਉਹਨਾਂ ਦੀ ਗਿਣਤੀ ਘੱਟ ਕਰ ਦਿੱਤੀ ਅਤੇ ਅੰਤ ਵਿੱਚ 300 ਲੋਕਾਂ ਨੇ 1,35,000 ਦੁਸ਼ਮਣਾਂ ਦੇ ਵਿਰੁੱਧ ਲੜਾਈ ਲੜੀ। ਇਹ ਸੱਚਮੁੱਚ ਇੱਕ ਬੇਤੁਕੀ ਸਥਿਤੀ ਸੀ। ਭਾਵੇਂ 32,000 ਆਦਮੀ ਹੁੰਦੇ, ਇਹ ਆਸਾਨ ਨਹੀਂ ਹੋਵੇਗਾ। ਹਾਲਾਂਕਿ ਪਰਮੇਸ਼ਵਰ ਨੇ ਕਿਹਾ, 300 ਆਦਮੀਆਂ ਦੇ ਨਾਲ 1,35,000 ਆਦਮੀਆਂ ਦੇ ਵਿਰੁੱਧ ਲੜੋ। ਨਾਲੇ ਦੁਸ਼ਮਣ ਕੋਲ ਚੰਗੇ ਹਥਿਆਰ ਸੀ ਅਤੇ ਉਹਨਾਂ ਦੇ ਹਾਲਾਤ ਜ਼ਿਆਦਾ ਅਨੁਕੂਲ ਸੀ। ਕੀ ਉਹਨਾਂ ਨਾਲ ਲੜਨਾ ਬੇਤੁਕਾ ਨਹੀਂ ਹੈ? ਇਹ ਯੁੱਧ ਮਰਦਾਂ ਦੀ ਸ਼ਕਤੀ ਨਾਲ ਨਹੀਂ ਜਿੱਤਿਆ ਜਾ ਸਕਦਾ ਸੀ। ਸਾਨੂੰ ਸੋਚਣਾ ਚਾਹੀਦਾ ਹੈ ਕਿ ਪਰਮੇਸ਼ਵਰ ਦੇ ਵਿਚਾਰ ਸਾਡੇ ਵਿਚਾਰਾਂ ਤੋਂ ਵੱਖਰੇ ਕਿਉਂ ਹਨ? ਪਰਮੇਸ਼ਵਰ ਦਾ ਰਾਹ ਸਾਡੇ ਨਾਲੋਂ ਉੱਚਾ ਕਿਉਂ ਹੈ? ਸਾਨੂੰ ਪਰਮੇਸ਼ਵਰ ਦਾ ਰਾਹ ਦਾ ਪਾਲਣ ਕਿਉਂ ਕਰਨਾ ਚਾਹੀਦਾ ਹੈ? ਇੱਕ ਗਲਤੀ ਨਾਲ ਵੀ ਸਾਰੇ 300 ਆਦਮੀਆਂ ਦੀ ਜਾਨ ਜਾ ਸਕਦੀ ਸੀ। ਪਰ ਪਰਮੇਸ਼ਵਰ ਨੇ ਇਸ ਰਸਤੇ ਨੂੰ ਚੁਣਿਆ। ਪਰਮੇਸ਼ਵਰ ਨੇ ਪਹਿਲਾਂ ਹੀ ਇਸ ਪ੍ਰਕਿਰਿਆ ਦੁਆਰਾ ਉਹਨਾਂ ਦੀ ਜਿੱਤ ਦੀ ਪਹਿਲਾਂ ਤਿਆਰੀ ਕੀਤੀ ਸੀ। ਪਰਮੇਸ਼ਵਰ ਨੇ ਡਰਨ ਵਾਲਿਆਂ ਅਤੇ ਗੋਡੇ ਨਿਵਾਉਣ ਵਾਲਿਆਂ ਨੂੰ ਬਾਹਰ ਕਰ ਦਿੱਤਾ। ਉਹਨਾਂ 300 ਲੋਕਾਂ ਨਾਲ ਜੋ ਅੰਤ ਤੱਕ ਸਿਰਫ ਪਰਮੇਸ਼ਵਰ ਨੂੰ ਦੇਖਦੇ ਹੋਏ ਵਿਸ਼ਵਾਸ ਦੇ ਮਾਰਗ ਤੇ ਚੱਲ ਸਕਦੇ ਸੀ, ਪਰਮੇਸ਼ਵਰ ਨੇ ਇਸਰਾਇਲ ਨੂੰ ਜਿੱਤ ਦਿਲਾਈ। ਪਰਮੇਸ਼ਵਰ ਨੇ ਕਿਹਾ, ਮੇਰੇ ਖਿਆਲ ਅਤੇ ਤੁਹਾਡੇ ਖਿਆਲ ਇੱਕੋ ਨਹੀਂ ਹਨ। ਮੇਰੀ ਰਾਹ ਤੁਹਾਡੇ ਰਾਹਾਂ ਨਾਲੋਂ ਉੱਚੇ ਹਨ। ਅਸੀਂ ਪਰਮੇਸ਼ਵਰ ਦੀ ਇੱਛਾ ਦਾ ਪਾਲਣ ਕਿਵੇਂ ਨਹੀਂ ਕਰ ਸਕਦੇ? ਆਓ ਅਸੀਂ ਵਚਨ 7 ਨਾਲ ਜਾਰੀ ਰੱਖੀਏ। ਤਾਂ ਯਹੋਵਾਹ ਨੇ ਗਿਦਊਨ ਨੂੰ ਆਖਿਆ, ਮੈਂ ਇਹਨਾਂ 300 ਮਨੁੱਖਾਂ ਨਾਲ ਜਿਨ੍ਹਾਂ ਨੇ ਲੱਕ ਕੇ ਪਾਣੀ ਪੀਤਾ ਹੈ ਤੁਹਾਨੂੰ ਬਚਾਵਾਂਗਾ ਅਤੇ ਮਿਦਿਆਨੀਆਂ ਨੂੰ ਤੇਰੇ ਹੱਥ ਵਿੱਚ ਕਰ ਦਿਆਂਗਾ ਤੇ ਰਹਿੰਦੇ ਸਭਨਾਂ ਲੋਕਾਂ ਨੂੰ ਆਪੋ ਆਪਣੀ ਕਰੀ ਮੁੜਨ ਦੇ। ਤਦ ਉਹਨਾਂ ਲੋਕਾਂ ਨੇ ਆਪਣੀ ਰਸਦ ਅਰ ਆਪਣੀਆਂ ਤੁਰੀਆਂ ਚੁੱਕ ਲਈਆਂ ਅਤੇ ਰਹਿੰਦੇ ਸਭੇ ਇਸਰਾਇਲ ਵਿੱਚੋਂ ਆਪੋ ਆਪਣੇ ਤੰਬੂ ਵੱਲ ਉਹਨੇ ਘੱਲੇ। ਪਰ ਉਹਨਾਂ 300 ਨੂੰ ਉਹਨੇ ਆਪਣੇ ਕੋਲ ਰੱਖਿਆ ਅਤੇ ਮਿਦਿਆਨੀਆਂ ਦੀ ਛਾਉਣੀ ਉਸਦੇ ਹੇਠ ਦੂਣ ਵਿੱਚ ਸੀ। ਤਾਂ ਅਜਿਹਾ ਹੋਇਆ ਜੋ ਉਸ ਰਾਤ ਯਹੋਵਾਹ ਨੇ ਉਹਨੂੰ ਆਖਿਆ, ਉੱਠ ਤੇ ਉਸ ਦਲ ਦੇ ਕੋਲ ਜਾ, ਕਿਉਂ ਜੋ ਮੈਂ ਉਸ ਨੂੰ ਤੇਰੇ ਅਧੀਨ ਕਰ ਦਿੱਤਾ ਹੈ। ਜੇ ਤੂੰ ਇਕੱਲਾ ਲਹਿਣ ਤੋਂ ਡਰਦਾ ਹੈ ਤਾਂ ਤੂੰ ਆਪਣੇ ਟਹਿਲੂਏ ਫੂਰਾ ਦੇ ਨਾਲ ਦਲ ਵੱਲ ਲਹਿ ਜਾ। ਤਾਂ ਉਸਨੇ ਇੱਕ ਆਦਮੀ ਨੂੰ ਆਪਣੇ ਸੁਪਨੇ ਬਾਰੇ ਗੱਲ ਕਰਦਿਆਂ ਸੁਣਿਆ। ਜੌ ਦੀ ਇੱਕ ਰੋਟੀ ਰੁੜਦੀ ਮਿਦਿਆਨੀਆਂ ਦੇ ਡੇਰੇ ਵਿੱਚ ਆਈ ਅਤੇ ਡੇਰੇ ਨੂੰ ਅਜਿਹੀ ਟੱਕਰ ਮਾਰੀ ਕਿ ਉਹ ਡਿੱਗ ਗਿਆ ਅਤੇ ਉਸ ਨੂੰ ਅਜਿਹਾ ਪਲਟ ਦਿੱਤਾ ਕਿ ਡੇਰਾ ਢਹਿ ਗਿਆ। ਵਚਨ 15। ਅਜਿਹਾ ਹੋਇਆ ਭਈ ਜਿਸ ਵੇਲੇ ਗਿਦਊਨ ਨੇ ਇਹ ਸੁਫਨਾ ਤੇ ਉਸ ਦਾ ਅਰਥ ਸੁਣਿਆ ਤਾਂ ਮੱਥਾ ਟੇਕਿਆ ਅਰ ਇਸਰਾਏਲੀ ਫੌਜ ਨੂੰ ਮੁੜ ਆਇਆ ਅਰ ਬੋਲਿਆ, ਉੱਠੋ, ਕਿਉਂ ਜੋ ਯਹੋਵਾਹ ਨੇ ਮਿਦਿਆਨੀ ਫੌਜ ਨੂੰ ਤੁਹਾਡੇ ਹੱਥਾਂ ਵਿੱਚ ਕਰ ਦਿੱਤਾ। ਤਦ ਉਹਨੇ 300 ਮਨੁੱਖਾਂ ਦੀਆਂ 3 ਟੋਲੀਆਂ ਕੀਤੀਆਂ ਅਰ ਇੱਕ ਦੇ ਹੱਥ ਵਿੱਚ ਇੱਕ ਤੁਰੀ ਅਰ ਸਖਣਾ ਘੜਾ ਦਿੱਤਾ ਅਰ ਇੱਕ ਮਸ਼ਾਲ ਘੜਿਆਂ ਦੇ ਵਿੱਚ ਰੱਖੀ ਅਤੇ ਉਹਨਾਂ ਨੂੰ ਆਖਿਆ, ਮੇਰੇ ਵੱਲ ਵੇਖ ਕੇ ਮੇਰੇ ਵਾਂਗ ਕੰਮ ਕਰਨਾ ਅਤੇ ਸੁਚੇਤ ਰਹੋ। ਜਦ ਮੈਂ ਪੜਾਅ ਦੇ ਬੰਨੇ ਉੱਤੇ ਜਾ ਪੁੱਜਾ ਤਾਂ ਜੋ ਕੁਝ ਮੈਂ ਕਰਾਂ ਸੋ ਤੁਸੀਂ ਵੀ ਕਰਨਾ। ਜਦ ਮੈਂ ਅਤੇ ਉਹ ਸਭੇ ਜੋ ਮੇਰੇ ਨਾਲ ਦੇ ਹਨ ਤੁਰੀਆਂ ਵਜਾਈਏ ਤਾਂ ਤੁਸਾਂ ਸਭਨਾਂ ਨੇ ਵੀ ਪੜਾਅ ਦੇ ਸਭਨੀ ਬੰਨੀ ਤੁਰੀਆਂ ਵਜਾਉਣੀਆਂ ਅਤੇ ਜੈਕਾਰਾ ਬੁਲਾਓ, ਯਹੋਵਾਹ ਅਤੇ ਗਿਦਊਨ ਦੀ ਜੈ। ਵਚਨ 19। ਉਪਰੰਤ ਗਿਦਊਨ ਅਤੇ ਉਹ 100 ਮਨੁੱਖ ਜੋ ਉਹਦੇ ਨਾਲ ਸਨ ਦੂਜੇ ਪਹਿਰੇ ਜੇ ਵੇਲੇ ਪੜਾਅ ਦੇ ਕੰਢੇ ਉੱਤੇ ਆਏ। ਉਸ ਵੇਲੇ ਪਹਿਰੇ ਅਜੇ ਹੁਣੇ ਬਦਲੇ ਸਨ ਤਾਂ ਉਹਨਾਂ ਨੇ ਤੁਰੀਆਂ ਵਜਾਈਆਂ ਅਤੇ ਉਹਨਾਂ ਘੜਿਆਂ ਨੂੰ ਜੋ ਉਹਨਾਂ ਦੇ ਹੱਥ ਵਿੱਚ ਸਨ ਭੰਨ ਸੁੱਟਿਆ ਅਤੇ ਉਹਨਾਂ 3 ਟੋਲੀਆਂ ਨੇ ਤੁਰੀਆਂ ਵਜਾਈਆਂ ਅਤੇ ਘੜੇ ਭੰਨ ਸੁੱਟੇ ਅਤੇ ਮਸ਼ਾਲਾਂ ਨੂੰ ਆਪਣੇ ਖੱਬਿਆਂ ਹੱਥਾਂ ਵਿੱਚ ਫੜ ਲਿੱਤਾ ਅਤੇ ਤੁਰੀਆਂ ਵਜਾਉਣ ਲਈ ਆਪਣੇ ਸੱਜੇ ਹੱਥ ਵਿੱਚ ਅਤੇ ਜੈਕਾਰਾ ਬੁਲਾਇਆ ਪਰਮੇਸ਼ੁਰ ਦੀ ਅਤੇ ਗਿਦਊਨ ਦੀ ਤੇਗ। ਅਤੇ ਉਹਨਾਂ ਵਿੱਚੋਂ ਸਭ ਕੋਈ ਮਨੁੱਖ ਆਪੋ ਆਪਣੇ ਥਾਂ ਸਿਰ ਛਾਉਣੀ ਦੇ ਚੁਫੇਰੇ ਖਲੋਤਾ ਸੀ। ਤਦ ਸਾਰੀ ਫੌਜ ਦੌੜੀ ਅਤੇ ਡਾਡਾਨ ਮਾਰਦੀ ਭੱਜ ਨਿਕਲੀ। ਉਹਨਾਂ ਨੇ ਉਹ 300 ਤੁਰੀਆਂ ਵਜਾਈਆਂ ਅਤੇ ਯਹੋਵਾਹ ਨੇ ਸਭਨਾਂ ਦੀ ਤਲਵਾਰ ਉਹਨਾਂ ਦੇ ਨਾਲ ਦਿਆਂ ਅਤੇ ਸਾਰੀ ਫੌਜ ਉੱਤੇ ਚਲਵਾਈ ਅਤੇ ਫੌਜ ਬੈਤ ਸ਼ਿੱਟਾ ਨੂੰ ਸਰੇਰਦੀ ਵੱਲ ਅਬੇਲ ਮਹੋਲਾਹ ਤੀਕ ਜੋ ਟਬਾਤ ਕੋਲ ਹੈ ਭੱਜ ਗਈ। ਤਦ ਇਸਰਾਏਲੀ ਲੋਕ ਨਫਤਾਲੀ ਅਤੇ ਆਸ਼ੇਰ ਅਰ ਸਾਰੇ ਮਨੱਸ਼ੇ ਦੇ ਇਕੱਠੇ ਹੋ ਕੇ ਨਿਕਲੇ ਅਤੇ ਮਿਦਿਆਨੀਆਂ ਦੇ ਮਗਰ ਪਏ। ਇਸ ਤਰ੍ਹਾਂ ਪਰਮੇਸ਼ਵਰ ਨੇ ਉਹਨਾਂ ਨੂੰ ਜਿੱਤ ਦਿਲਾਈ। ਆਓ ਅਸੀਂ ਅਧਿਆਇ 8 ਵਚਨ 10 ਉੱਤੇ ਜਾਈਏ।
ਜ਼ਬਾਹ ਅਰ ਸਲਮੁਨਾ ਆਪਣੀ ਫੌਜ ਸਣੇ ਜੋ ਪੂਰਬ ਦੇ ਲੋਕਾਂ ਵਿੱਚੋਂ 15,000 ਰਹਿੰਦੇ ਸਨ ਕਰਕੋਰ ਦੇ ਵਿੱਚ ਸਨ ਕਿਉਂ ਜੋ 1,20,000 ਹਥਿਆਰਬੰਦ ਵੱਢੇ ਗਏ ਸਨ। 300 ਆਦਮੀਆਂ ਨੇ 1,35,000 ਦੁਸ਼ਮਣਾਂ ਨੂੰ ਹਰਾਇਆ। ਇਹ ਪਰਮੇਸ਼ਵਰ ਦੀ ਯੋਜਨਾ ਹੈ। ਸਾਰੇ ਲੋਕੋ ਭਾਵੇਂ ਤੁਸੀਂ 100 ਲੋਕਾਂ ਨੂੰ ਪੁੱਛੋ ਉਹ ਕਹਿਣਗੇ ਜਿੱਤ ਅਸੰਭਵ ਹੈ। ਹਾਲਾਂਕਿ ਜੇਕਰ ਅਸੀਂ ਇੱਕ ਸੰਦੇਸ਼ ਜੋੜਦੇ ਹਾਂ ਪਰਮੇਸ਼ਵਰ ਸਾਡੇ ਨਾਲ ਹਨ ਤਾਂ ਸਥਿਤੀ ਬਦਲ ਜਾਂਦੀ ਹੈ। 300 ਲੋਕ 3 ਲੱਖ ਲੋਕ ਜਾਂ 30 ਲੱਖ ਦੀ ਇੱਕ ਵੱਡੀ ਫੌਜ ਬਣ ਸਕਦੇ ਹਨ। ਇਸ ਲਈ ਜਿੱਥੇ ਕਿਤੇ ਪਰਮੇਸ਼ਵਰ ਸਾਡੀ ਅਗਵਾਈ ਕਰਨ ਸਾਨੂੰ ਉਹਨਾਂ ਦਾ ਪਾਲਣ ਕਰਨਾ ਚਾਹੀਦਾ ਹੈ। ਪਰਮੇਸ਼ਵਰ ਸ਼ੁਰੂ ਤੋਂ ਅੰਤ ਨੂੰ ਜਾਣਦੇ ਹਨ ਅਤੇ ਭਵਿੱਖ ਵਿੱਚ ਸਾਨੂੰ ਜਿੱਤ ਦੇਣ ਲਈ ਅਗਵਾਈ ਕਰ ਰਹੇ ਹਨ। ਇਸ ਲਈ ਕੀ ਕਿਸੇ ਕਾਰਨ ਤੋਂ ਸਾਨੂੰ ਪਰਮੇਸ਼ਵਰ ਦੇ ਵਚਨਾਂ ਦੀ ਅਨਾਗਿਆਕਾਰੀ ਕਰਨੀ ਚਾਹੀਦੀ ਹੈ? ਗਿਦਾਉਨ ਕਹਿ ਸਕਦਾ ਸੀ ਮੈਂ ਕਦੇ ਬਿਲਕੁਲ ਵੀ ਗਿਣਤੀ ਘੱਟ ਨਹੀਂ ਕਰ ਸਕਦਾ। 32,000 ਲੋਕ ਵੀ ਕਾਫੀ ਨਹੀਂ ਹਨ। ਸਾਨੂੰ 70,000 ਤੋਂ ਜ਼ਿਆਦਾ ਲੋਕਾਂ ਦੀ ਲੋੜ ਹੈ। ਇਸ ਦੀ ਬਜਾਏ ਉਸਨੇ ਪਰਮੇਸ਼ਵਰ ਦੇ ਹੁਕਮ ਅਨੁਸਾਰ ਗਿਣਤੀ ਘੱਟ ਕਰ ਦਿੱਤੀ। ਇਸ ਲਈ ਉਸਨੇ ਲੜਾਈ ਜਿੱਤੀ ਅਤੇ ਮਹਿਸੂਸ ਕੀਤਾ ਕਿ ਪਰਮੇਸ਼ਵਰ ਨੇ ਅੰਤ ਵਿੱਚ ਉਸ ਨੂੰ ਜਿੱਤ ਦੇਣ ਲਈ ਅਜਿਹਾ ਰਸਤਾ ਚੁਣਿਆ ਹੈ। ਇਸ ਯੁੱਗ ਵਿੱਚ ਵੀ ਪਰਮੇਸ਼ਵਰ ਸਾਨੂੰ ਆਪਣੇ ਵਚਨ ਦਿੰਦੇ ਹਨ ਤਾਂ ਜੋ ਅਸੀਂ ਆਤਮਿਕ ਜਿੱਤ ਅਤੇ ਸਦੀਪਕ ਜੀਵਨ ਪ੍ਰਾਪਤ ਕਰ ਸਕੀਏ। ਪਰਮੇਸ਼ਵਰ ਸਾਨੂੰ ਮੁਕਤੀ ਅਤੇ ਸਦੀਪਕ ਜੀਵਨ ਦਾ ਰਾਹ ਦੱਸਦੇ ਹਨ ਪਰ ਬਹੁਤ ਸਾਰੇ ਲੋਕ ਪਰਮੇਸ਼ਵਰ ਦੇ ਵਚਨ ਦਾ ਪਾਲਣ ਨਹੀਂ ਕਰਦੇ। ਅਜਿਹਾ ਕਿਉਂ ਹੈ? ਇਹ ਇਸ ਲਈ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਕੰਮ ਨਹੀਂ ਕਰੇਗਾ। ਜਦੋਂ ਵੀ ਕਿਸੇ ਦੇ ਵਿਚਾਰ ਪਰਮੇਸ਼ਵਰ ਦੇ ਵਚਨ ਨਾਲੋਂ ਉੱਚੇ ਹੁੰਦੇ ਹਨ ਤਾਂ ਸ਼ਾਉਲ ਵਾਂਗ ਉਹਨਾਂ ਦੇ ਵਿਸ਼ਵਾਸ ਦੀ ਕੀਮਤ ਘੱਟ ਹੁੰਦੀ ਹੈ। ਆਗਿਆਕਾਰੀ ਸਾਡੇ ਵਿਸ਼ਵਾਸ ਦਾ ਮਾਪ ਹੈ। ਇਹ ਦਿਖਾਉਂਦਾ ਹੈ ਕਿ ਉਸ ਸਮੇਂ ਸਾਡਾ ਵਿਸ਼ਵਾਸ ਕਿੱਥੇ ਸਥਿਤ ਹੈ। ਜਦੋਂ ਅਸੀਂ ਆਪਣੇ ਵਿਸ਼ਵਾਸ ਨੂੰ ਬਣਾਏ ਰੱਖਦੇ ਹਾਂ ਅਤੇ ਗਿਦਾਉਨ ਦੇ 300 ਯੋਧਿਆਂ ਵਾਂਗ ਚੁਣੇ ਜਾਂਦੇ ਹਾਂ ਤਾਂ ਪਰਮੇਸ਼ਵਰ ਲੋਕਾਂ ਦੀ ਘੱਟ ਗਿਣਤੀ ਨਾਲ 8 ਅਰਬ ਲੋਕਾਂ ਨੂੰ ਪ੍ਰਚਾਰ ਕਰਨਾ ਪੂਰਾ ਕਰਨਗੇ। ਸਾਨੂੰ ਇਸ ਵਿਸ਼ਵਾਸ ਨਾਲ ਖੁਸ਼ਖਬਰੀ ਨੂੰ ਪੂਰਾ ਕਰਨਾ ਚਾਹੀਦਾ ਹੈ। ਜੇ ਤੁਸੀਂ ਸੋਚ ਰਹੇ ਹੋ ਬਿਲਕੁਲ ਨਹੀਂ, ਸਾਡੇ ਕੋਲ ਅਜੇ ਵੀ ਇਹ ਅਤੇ ਉਹ ਘਾਟ ਹੈ, ਤਾਂ ਕਿਰਪਾ ਕਰਕੇ ਗਿਦਾਉਨ ਦੇ ਯੋਧਿਆਂ ਨੂੰ ਦੇਖੋ। ਕੀ ਉਹਨਾਂ ਕੋਲ ਕੁਝ ਵਧੀਆ ਸੀ? ਉਹਨਾਂ ਨੇ ਆਪਣੇ ਖੱਬੇ ਹੱਥ ਵਿੱਚ ਮਸ਼ਾਲਾਂ ਅਤੇ ਆਪਣੇ ਸੱਜੇ ਹੱਥ ਵਿੱਚ ਤੁਰੀਆਂ ਲਈਆਂ। ਉਹਨਾਂ ਨੇ ਘੜੇ ਨੂੰ ਤੋੜ ਦਿੱਤਾ ਅਤੇ ਉੱਚੀ ਆਵਾਜ਼ ਵਿੱਚ ਕਿਹਾ, ਯਹੋਵਾਹ ਦੀ ਅਤੇ ਗਿਦਾਉਨ ਦੀ ਤਲਵਾਰ। ਕੀ ਉਹਨਾਂ ਕੋਲ ਕੋਈ ਹੋਰ ਹਥਿਆਰ ਸੀ? ਪਰਮੇਸ਼ਵਰ ਲਈ ਇਹ ਕਾਫੀ ਸੀ। ਅੱਜ ਅਸੀਂ ਗਿਦਾਉਨ ਦੇ ਇਤਿਹਾਸ ਰਾਹੀਂ ਇਹ ਜਾਣ ਸਕਦੇ ਹਾਂ ਕਿ ਆਗਿਆਕਾਰੀਤਾ ਬਲੀਦਾਨ ਨਾਲੋਂ ਉੱਤਮ ਕਿਉਂ ਹੈ। ਭਾਵੇਂ ਪਰਮੇਸ਼ਵਰ ਚਰਚ ਆਫ ਗॉड ਦੀ ਅਗਵਾਈ ਕਰਦੇ ਹਨ ਪਰ ਕੁਝ ਮੈਂਬਰ ਇਸ ਤੱਥ ਨੂੰ ਨਹੀਂ ਸਮਝਦੇ ਹਨ। ਇਸ ਤਰ੍ਹਾਂ ਉਹ ਆਪਣੇ ਆਪ ਸਭ ਕੁਝ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਹਾਲਾਂਕਿ ਅਜਿਹੇ ਤਰੀਕਿਆਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਚਰਚ ਦੇ ਮਾਲਕ ਪਰਮੇਸ਼ਵਰ ਹਨ। ਕੀ ਪਰਮੇਸ਼ਵਰ ਸਾਡੀਆਂ ਆਤਮਾਵਾਂ ਦਾ ਮਾਲਕ ਵੀ ਨਹੀਂ ਹੈ? ਕਿਉਂਕਿ ਅਸੀਂ ਪਰਮੇਸ਼ਵਰ ਦੇ ਘਰ ਵਿੱਚ ਸੇਵਕ ਹਾਂ, ਇਸ ਲਈ ਸਾਨੂੰ ਆਪਣੇ ਮਾਲਕ ਦੀਆਂ ਯੋਜਨਾਵਾਂ ਅਨੁਸਾਰ ਕੀ ਕਰਨਾ ਚਾਹੀਦਾ ਹੈ? ਸਾਨੂੰ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਮੰਨ ਲਓ ਕਿ ਇੱਕ ਪਾਰਟ-ਟਾਈਮ ਕਰਮਚਾਰੀ ਨੇ ਮਾਲਕ ਨੂੰ ਕਿਹਾ, ਤੁਹਾਨੂੰ ਇਸ ਤਰ੍ਹਾਂ ਦੁਕਾਨ ਨਹੀਂ ਚਲਾਉਣੀ ਚਾਹੀਦੀ, ਇਹ ਮੇਰੇ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਹੈ। ਕੀ ਕੋਈ ਪਾਰਟ-ਟਾਈਮ ਕਰਮਚਾਰੀ ਹੈ ਜੋ ਅਜਿਹਾ ਕਰਦੇ ਹਨ? ਜੇਕਰ ਕੋਈ ਪਾਰਟ-ਟਾਈਮ ਕਰਮਚਾਰੀ ਮਾਲਕ ਦੀਆਂ ਗੱਲਾਂ ਦੀ ਪਾਲਣਾ ਕਰਦਾ ਹੈ ਤਾਂ ਦੁਕਾਨ ਖੁਸ਼ਹਾਲ ਹੋਵੇਗੀ। ਮਾਲਕ ਕਿਸੇ ਹੋਰ ਦੀ ਤੁਲਨਾ ਵਿੱਚ ਦੁਕਾਨ ਨੂੰ ਬਿਹਤਰ ਬਣਾਉਣ ਦਾ ਸਭ ਤੋਂ ਵਧੀਆ ਤਰੀਕਾ ਜਾਣਦਾ ਹੈ। ਸਾਡੇ ਚਰਚ ਦਾ ਮਾਲਕ ਪਰਮੇਸ਼ਵਰ ਹਨ। ਭਾਵੇਂ ਪਰਮੇਸ਼ਵਰ ਸਾਨੂੰ ਗਿਣਤੀ ਘੱਟ ਕਰਨ ਜਾਂ ਵਧਾਉਣ ਲਈ ਕਹਿੰਦੇ ਹਨ, ਸਾਨੂੰ ਹੁਕਮ ਮੰਨਣਾ ਚਾਹੀਦਾ ਹੈ। ਤੁਹਾਨੂੰ ਅੰਤ ਤੱਕ ਪਰਮੇਸ਼ਵਰ ਦੇ ਮਾਰਗ ਦਾ ਪਾਲਣ ਕਰਨ ਲਈ ਕਹਿੰਦੇ ਹੋਏ ਤਾਂ ਜੋ ਅਸੀਂ ਇਸ ਸਾਲ ਵਿਸ਼ਵ ਖੁਸ਼ਖਬਰੀ ਨੂੰ ਪੂਰਾ ਹੁੰਦੇ ਦੇਖ ਸਕੀਏ, ਮੈਂ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।